ਅਮ੍ਰਿਤਾ ਪ੍ਰੀਤਮ ਦੀ ਸਾਹਿਤਿਕ ਸਵੈ ਜੀਵਨੀ ਦਾ ਅਗਲਾ ਅੰਗ ਹੈ ਸੋਹਣੀ ਦਾ ਚਿੱਤਰਕਾਰ। ਛੋਟੇ ਜਿਹੇ ਮੇਜ਼ ਉੱਤੇ ਲੱਕੜ ਦੀ ਇੱਕ ਫੱਟੀ ਰੱਖ ਕੇ ਸੋਭਾ ਸਿੰਘ ਜੀ ਦੇ ਹੁਨਰੀ ਹੱਥਾਂ ਨੇ ਸਿਲਕ ਰੰਗੀ ਚੀਕਣੀ ਮਿੱਟੀ ਨੂੰ ਜੋੜਿਆ। ਮੈਂ ਸਾਹਮਣੀ ਕੁਰਸੀ ਉੱਤੇ ਬੈਠੀ ਹੋਈ ਸਾਂ ਤੇ ਫਿਰ ਦੋ ਡੰਕਾਂ ਦੇ ਮੂੰਹ ਅੱਗੇ ਪਤਲੀਆਂ ਪਤਲੀਆਂ ਦੋ ਤਾਰਾਂ ਨੂੰ ਧਾਗੇ ਨਾਲ ਬੰਨ੍ਹ ਕੇ ਉਹਨਾਂ ਦੇ ਮੂਰਤੀਕਾਰ ਹੱਥਾਂ ਨੇ ਮਿੱਟੀ ਵਿੱਚੋਂ ਮੇਰੇ ਨਕਸ਼ਾਂ ਨੂੰ ਉਭਾਰ ਲਿਆ। ਹਿੱਲਣਾ ਨਹੀਂ, ਅੱਜ ਮਾਡਲ ਬਣ ਕੇ ਬੈਠਣਾ ਪਏਗਾ, ਇੰਦਰਜੀਤ ਚਿੱਤਰਕਾਰ ਨੇ ਕੋਲੋਂ ਦੀ ਆਖਿਆ। ਹਿੱਲਣਾ ਕਿਉਂ ਨਹੀਂ, ਇਹ ਕੋਈ ਤਸਵੀਰ ਥੋੜ੍ਹੀ ਹੈ। ਸੋਭਾ ਸਿੰਘ ਜੀ ਨੇ ਇੰਦਰਜੀਤ ਨੂੰ ਜਵਾਬ ਦਿੱਤਾ ਤੇ ਮੈਨੂੰ ਆਖਿਆ, ਤੁਸੀਂ ਚਾਹੋ ਤਾਂ ਨਾਲ ਨਾਲ ਪੜ੍ਹਦੇ ਵੀ ਰਹੋ। ਤੁਸੀਂ ਖਲੀਲ ਜਿਬਰਾਨ ਪੜ੍ਹਿਆ? ਮੈਂ ਉਹਦੀਆਂ 2-3 ਕਿਤਾਬਾਂ ਪੜ੍ਹੀਆਂ ਨੇ। ਕਿਹੜੀਆਂ? ਇੱਕ ਦ ਪ੍ਰੋਫਿਟ, ਇੱਕ ਅ ਟੀਅਰ ਐਂਡ ਅ ਸਮਾਈਲ ਅਤੇ ਇੱਕ ਸੀਕ੍ਰੇਟਸ ਆਫ ਦ ਹਾਰਟ। ਅੱਜ ਉਹਨਾਂ ਦੀ ਗਾਰਡਨ ਆਫ ਦੀ ਪ੍ਰੋਫਿਟ ਪੜ੍ਹੋ। ਅਤੇ ਸੋਭਾ ਸਿੰਘ ਜੀ ਨੇ ਆਪਣੇ ਸੱਜੇ ਹੱਥੋਂ ਉਹ ਕਿਤਾਬ ਲੈ ਕੇ ਆਪਣੀ ਪਸੰਦ ਦਾ ਸਫ਼ਾ ਮੈਨੂੰ ਕੱਢ ਦਿੱਤਾ। ਤੁਹਾਨੂੰ ਕਿਹੜੇ ਲੇਖਕ ਬਹੁਤੇ ਚੰਗੇ ਲੱਗਦੇ ਨੇ? ਮੈਨੂੰ ਇਹ ਖਲੀਲ ਜਿਬਰਾਨ ਬੜਾ ਚੰਗਾ ਲੱਗਦਾ ਹੈ ਅਤੇ ਫਿਰ ਵਾਲਟ ਵਿਟਮੈਨ, ਕ੍ਰਿਸ਼ਨਾ ਮੂਰਤੀ ਅਤੇ ਚਿੱਤਰਕਾਰ। ਮੈਨੂੰ ਜੀ ਅੰਗਰੇਜ਼ ਚਿੱਤਰਕਾਰ ਜੌਨ ਮਿਲੇ ਅਤੇ ਲਾਰਡ ਲਿਟਨ ਬੜੇ ਅਸਲਵਾਦੀ ਅਤੇ ਚੰਗੇ ਲੱਗੇ ਨੇ। ਮਾਈਕਲ ਐਂਜਲੋ ਬਹੁਤ ਵੱਡਾ ਕਲਾਕਾਰ ਸੀ, ਪਰ ਉਹਦੇ ਵਿੱਚ ਇੱਕ ਘਾਟ ਸੀ, ਉਹ ਜ਼ਿੰਦਗੀ ਤੋਂ ਭੱਜ ਕੇ ਹੁਨਰ ਦੀ ਪਨਾਹ ਲੈਂਦਾ ਸੀ। ਅਸਲ 'ਚ ਹੁਨਰ ਜ਼ਿੰਦਗੀ ਦੀ ਖਾਤਰ ਹੋਣਾ ਚਾਹੀਦਾ ਹੈ। ਜਦੋਂ ਹੁਨਰ ਦੀ ਖਾਤਰ ਬੰਦਾ ਹੁਨਰ 'ਚ ਉਲਝ ਜਾਏ ਤਾਂ ਗੱਲ ਨਹੀਂ ਬਣਦੀ। ਮੈਂ ਬੜੀ ਛੋਟੀ ਹੁੰਦੀ ਸਾਂ, ਨਿੱਕੀ ਬਾਲੜੀ, ਜਦੋਂ ਤੋਂ ਸੋਭਾ ਸਿੰਘ ਜੀ ਦੇ ਹੁਨਰ ਨੂੰ ਵੇਖਦੀ ਰਹੀ, ਪਿਤਾ ਜੀ ਦੇ ਹੁਨਰ ਨੂੰ ਵੇਖਦੀ ਰਹੀ। ਪਿਤਾ ਜੀ ਜਦੋਂ ਇਹਨਾਂ ਦੇ ਘਰ ਜਾਂਦੇ ਸਨ, ਮੈਂ ਨਾਲ ਹੁੰਦੀ ਸਾਂ। ਇਹਨਾਂ ਦੀਆਂ ਬਣਾਈਆਂ ਕੋਈ 10-12 ਤਸਵੀਰਾਂ ਪਿਤਾ ਜੀ ਦੇ ਪਰਚੇ ਰਣਜੀਤ ਨਗਾਰੇ 'ਚ ਛਪੀਆਂ ਸਨ ਅਤੇ ਉਹਨਾਂ ਦੇ ਕਲਮੀ ਅਸਲ ਪਹਿਲੋਂ ਲਾਹੌਰ ਸਾਡੇ ਘਰ ਲੱਗੇ ਰਹੇ ਅਤੇ ਫਿਰ ਪਿਤਾ ਜੀ ਨੇ ਸ਼ੇਖੂਪੁਰੇ ਦੇ ਰਈਸ ਸਰਦਾਰ ਗੋਪਾਲ ਸਿੰਘ ਜੀ ਨੂੰ ਸੁਗਾਤ ਵਜੋਂ ਦੇ ਦਿੱਤੇ। ਉਹ ਸਾਰੀਆਂ ਤਸਵੀਰਾਂ ਅਤੇ ਉਹਨਾਂ ਦੇ ਚਿੱਤਰਕਾਰ ਦਾ ਲਾਹੌਰ ਵਾਲਾ ਸਟੂਡੀਓ, ਦਿੱਲੀ ਵਾਲਾ ਸਟੂਡੀਓ, ਪ੍ਰੀਤ ਨਗਰ ਵਾਲਾ ਘਰ ਅਤੇ ਹੁਣ ਅੰਦਰੇਟੇ ਦਾ ਸਟੂਡੀਓ ਮੇਰੀਆਂ ਯਾਦਾਂ 'ਚੋਂ ਲੰਘ ਗਏ ਅਤੇ ਮੈਂ ਪੁੱਛਿਆ, ਤੁਹਾਡੀਆਂ ਅੱਖਾਂ 'ਚ ਤੁਹਾਡੀ ਕਿਹੜੀ ਕਿਰਤ ਸਾਰਿਆਂ ਤੋਂ ਬਹੁਤ ਚੰਗੀ? ਮੈਂ ਸੋਹਣੀ ਦੀ ਤਸਵੀਰ ਵੀ ਉਸੇ ਲਗਨ ਨਾਲ ਬਣਾਈ ਹੈ ਜਿਸ ਲਗਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ। ਮੇਰਾ ਮਤਲਬ ਹੈ ਜਿਹਦੇ 'ਚ ਤੁਸੀਂ ਆਪਣਾ ਆਪ ਬਹੁਤ ਪਾਇਆ ਹੋਵੇ। ਇੱਕ ਤਸਵੀਰ ਹੈ, ਮੈਂ ਉਹਦਾ ਨਾਮ ਪੋਇਟਰੀ ਰੱਖਿਆ ਹੈ। ਉਰਦੂ ਕਵਿਤਾ ਦੇ ਪ੍ਰਭਾਵ ਹੇਠਾਂ ਮੈਂ ਉਹ ਬਣਾਈ ਹੈ। ਉਹਦੇ 'ਚ ਇੱਕ ਤਾਰਾਂ ਵਾਲਾ ਸਾਜ਼ ਹੈ ਅਤੇ ਸਾਜ਼ ਵਾਲੇ ਦੀਆਂ ਅੱਖਾਂ ਅੱਗੇ ਇੱਕ ਔਰਤ ਅਤੇ ਕੋਲ ਸ਼ਰਾਬ। ਇਹ ਸ਼ਾਇਦ ਅੰਦਰੇਟੇ ਤੁਹਾਡੇ ਸਟੂਡੀਓ ਵਿੱਚ ਲੱਗੀ ਹੋਈ ਸੀ, ਪਰ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਇਸੇ ਤਰ੍ਹਾਂ ਰਹਿਣਾ, ਬਿਲਕੁਲ ਇਸੇ ਤਰ੍ਹਾਂ ਕਿਸੇ ਕਿਸੇ ਵੇਲੇ ਤੁਹਾਡੇ ਹੋਠਾਂ ਕੋਲ ਇੱਕ ਕੱਟ ਆਉਂਦਾ ਹੈ। ਮੈਂ ਉਹਨੂੰ ਉਲੀਕ ਲੈਣਾ ਚਾਹੁੰਦਾ, ਜੇ ਕਿਤੇ ਗੱਲ ਬਣ ਜਾਏ, ਨਹੀਂ ਤਾਂ ਤਸਵੀਰ 'ਚ ਸ਼ਖਸੀਅਤ ਨਹੀਂ ਆਉਂਦੀ। ਵੇਖਣ ਵਾਲਿਆਂ ਨੂੰ ਤੁਹਾਡੀ ਸੋਹਣੀ ਸ਼ਾਇਦ ਕਦੇ ਨਹੀਂ ਭੁੱਲ ਸਕੇਗੀ। ਇਹਦੇ 'ਚ ਇੱਕ ਦੈਵੀ ਪ੍ਰਭਾਵ ਹੈ। ਔਰਤ ਦਾ ਇਹ ਪ੍ਰਭਾਵ ਮੇਰੇ ਦਿਲ 'ਚ ਇੱਕ ਖਾਸ ਵਿਅਕਤੀ ਤੋਂ ਬੈਠਾ ਹੋਇਆ ਹੈ। ਮੈਂ ਜਦੋਂ 8-9 ਸਾਲਾਂ ਦਾ ਸਾਂ, ਮਾਂ ਗੁਜ਼ਰ ਗਈ ਹੋਈ ਸੀ। ਦੋਵੇਂ ਮੇਰੀਆਂ ਭੈਣਾਂ ਵਿਆਹੀਆਂ ਗਈਆਂ ਸਨ। ਮੇਰੀਆਂ ਅੱਧ ਭੈਣਾਂ ਕਿਵੇਂ? ਇੱਕ ਮਾਂ ਵਾਲੇ ਪਾਸਿਓਂ ਅਤੇ ਇੱਕ ਪਿਤਾ ਵਾਲੇ ਪਾਸਿਓਂ। ਕਿਹੜਾ ਪਿੰਡ ਸੀ? ਸ੍ਰੀ ਹਰਗੋਬਿੰਦਪੁਰਾ। ਘਰ 'ਚ ਸਿਰਫ ਪਿਤਾ ਜੀ ਸਨ, ਸਿਰਫ ਪਿਤਾ ਜੀ। ਪਰ ਉਹ ਕਹਿੰਦੇ ਹੁੰਦੇ ਸਨ, ਜੇ ਤੂੰ ਮੁੰਡਾ ਨਾ ਹੁੰਦੋਂ, ਪੱਥਰ ਜੰਮ ਪੈਂਦੋਂ ਤਾਂ ਲੂਣ ਪੀ ਲੈਂਦੋ, ਹੁਣ ਤੈਨੂੰ ਕੀ ਕਰੀਏ? ਪੜ੍ਹਦੇ ਨਹੀਂ ਸੋ ਹੁੰਦੇ। ਪੜ੍ਹਨ ਵੱਲ ਮੇਰਾ ਧਿਆਨ ਨਹੀਂ ਸੀ ਪੈਂਦਾ, ਘਰੋਂ ਭੱਜ ਜਾਂਦਾ ਸਾਂ। ਪਿੰਡ ਦੇ ਕੋਲ ਵੰਗ ਸੀ। ਵੰਗ? ਰੇਤਲੀਆਂ ਚੱਟਾਨਾਂ 'ਚ ਪਾਣੀ ਡਿੱਗ ਡਿੱਗ ਕੇ ਜੋ ਥਾਂ ਬਣਦਾ ਹੈ, ਉਹਨੂੰ ਵੰਗ ਆਖਦੇ ਨੇ। ਕੜਾਹਿਆਂ ਦੇ ਟੁੱਟੇ ਹੋਏ ਕੁੰਡੇ 'ਤੇ ਪੱਤਰੀਆਂ ਲੈ ਕੇ ਮੈਂ ਵੰਗ 'ਚ ਚਲਾ ਜਾਂਦਾ ਸਾਂ। ਇੱਕ ਚਾਕੂ ਮੇਰੇ ਨਾਲੇ ਨਾਲ ਹਮੇਸ਼ਾ ਬੱਝਾ ਰਹਿੰਦਾ ਸੀ। ਉਹਨਾਂ ਰੇਤਲੀਆਂ ਚੱਟਾਨਾਂ 'ਚ ਖੋਦ ਕੇ ਮੂਰਤਾਂ ਬਣਾਉਂਦਾ ਸਾਂ। ਉਸ ਜ਼ਮਾਨੇ ਰਾਮ ਜਾਂ ਕ੍ਰਿਸ਼ਨ ਬਣਾਉਂਦੇ ਹੋਊਗੇ। ਹਾਂ ਜੀ, ਰਾਮ ਅਤੇ ਸੀਤਾ ਦੀਆਂ ਤਸਵੀਰਾਂ ਬਾਜ਼ਾਰ 'ਚ ਬੜੀਆਂ ਵਿਕਦੀਆਂ ਸਨ। ਮੈਨੂੰ ਯਾਦ ਹੈ, ਮੈਂ ਰਾਮ, ਸੀਤਾ ਅਤੇ ਹਨੂੰਮਾਨ ਦੀਆਂ ਬੜੀਆਂ ਮੂਰਤਾਂ ਬਣਾਈਆਂ। ਪਿਤਾ ਜੀ ਨੇ ਵੇਖੀਆਂ, ਦਿਲ 'ਚ ਖੁਸ਼ ਵੀ ਹੋਏ, ਪਰ ਉਹ ਕਹਿੰਦੇ ਸਨ, ਤੂੰ ਸਾਰੀ ਉਮਰ ਭੁੱਖਾ ਰਹੇਂਗਾ, ਹੁਨਰ 'ਚੋਂ ਰੋਟੀ ਨਹੀਂ ਲੱਭਦੀ। ਇੱਕ ਵਾਰੀ ਮੈਂ ਤੰਗ ਆ ਕੇ ਸੋਚਿਆ ਕਿ ਚਲੋ ਮਰ ਹੀ ਜਾਈਏ, ਅਤੇ ਮਰਨ ਦਾ ਮੈਨੂੰ ਸਭ ਤੋਂ ਚੰਗਾ ਤਰੀਕਾ ਇਹ ਜਾਪਿਆ ਕਿ ਮੈਨੂੰ ਨਮੂਨੀਆ ਹੋ ਜਾਏ। ਫਿਰ ਮੈਂ ਖੂਬ ਦੌੜਿਆ, ਪਸੀਨੋ ਪਸੀਨੀ ਹੋ ਗਿਆ, ਫਿਰ ਠੰਡੇ ਪਾਣੀ 'ਚ ਛਾਲ ਮਾਰ ਦਿੱਤੀ। ਠੰਡ ਤੇ ਲੱਗੀ, ਪਰ ਨਮੂਨੀਆ ਕੋਈ ਨਾ ਹੋਇਆ। ਸਗੋਂ ਦੌੜ ਕੇ ਗਰਮੀ ਲੱਗੀ ਸੀ, ਜੀ ਘਬਰਾਇਆ ਸੀ। ਉਹ ਠੰਡੇ ਪਾਣੀ 'ਚ ਨਹਾ ਕੇ ਠੀਕ ਹੋ ਗਿਆ ਅਤੇ ਮੇਰਾ ਜਿਉਣ ਨੂੰ ਜੀ ਕਰ ਆਇਆ। ਅੰਮ੍ਰਿਤਸਰ ਦੀ ਚਿੱਤਰਕਾਰ ਇਸਤਰੀ ਫੂਲਾਂ ਰਾਣੀ ਵੀ ਉਸੇ ਕਮਰੇ 'ਚ ਸੀ।
ਨਾ ਉਹਦਾ ਹਾਸਾ ਰੁਕੇ ਨਾ ਮੇਰਾ। ਉਂਝ ਮੈਂ ਗਲੋਂ ਨੰਗਾ ਦੌੜਿਆ ਸਾਂ ਤੇ ਪਾਣੀ 'ਚ ਛਾਲ ਮਾਰਨ ਲੱਗਾ ਆਪਣੇ ਕੱਪੜੇ ਨਾਲ ਲੈ ਗਿਆ ਸਾਂ ਕਿ ਨਹਾ ਕੇ ਪਿੱਛੋਂ ਨਿੱਘੇ ਕੱਪੜੇ ਪਾ ਲਵਾਂਗਾ ਤਾਂ ਕਿ ਨਮੂਨੀਆ ਥੋੜ੍ਹਾ ਥੋੜ੍ਹਾ ਹੋਵੇ। ਮੈਂ ਹੱਸ ਕੇ ਆਖਿਆ, ਜਿਵੇਂ ਇੰਦਰਜੀਤ ਦੀ ਫਿਲਾਸਫੀ ਹੈ ਕਿ ਜ਼ਿੰਦਗੀ 'ਚ ਗਮ ਥੋੜ੍ਹਾ ਥੋੜ੍ਹਾ ਹੋਣਾ ਚਾਹੀਦਾ। ਇੰਦਰਜੀਤ ਦਾ ਹਾਸਾ ਨਾ ਰੁਕੇ। ਸੂਬਾ ਸਿੰਘ ਜੀ ਹੱਸਦੇ ਮੁਸਕਰਾਉਂਦੇ ਆਖਣ ਲੱਗੇ, ਨਹਾ ਕੇ ਭੁੱਖ ਲੱਗ ਪਈ। ਮੈਂ ਕੱਚੇ ਸੰਘਾੜੇ ਖਾਧੇ। ਅੱਗੇ ਪਿਤਾ ਜੀ ਦੇ ਗੁੱਸੇ ਤੋਂ ਡਰਦਾ ਮੈਂ ਘਰ ਨਹੀਂ ਸੀ ਜਾਂਦਾ ਹੁੰਦਾ। ਉਸ ਦਿਹਾੜੇ ਘਰ ਜਾਣ ਦੀ ਵੀ ਹਿੰਮਤ ਆ ਗਈ। ਤੁਸੀਂ ਔਰਤ ਦੇ ਦੈਵੀ ਪ੍ਰਭਾਵ ਬਾਰੇ ਕੁਝ ਆਖਣ ਲੱਗੇ ਸੋ। ਸਾਡੇ ਪਿੰਡ 'ਚ ਇੱਕ ਰਾਏ ਸਾਹਿਬ ਹੁੰਦਾ ਸੀ। ਉਹਦਾ ਪੁੱਤਰ ਸ਼ਰਾਬੀ ਤੇ ਅਵਾਰਾ ਸੀ, ਪਰ ਉਹਦੀ ਨੂੰਹ 'ਚ ਔਰਤ ਦਾ ਉਹ ਸੋਝ ਸੀ ਜਿਹੜਾ ਮਾਡਲ। ਇੰਦਰਜੀਤ ਮੁਸਕਰਾ ਪਿਆ। ਮਨੁੱਖਤਾ ਦਾ ਮਾਡਲ। ਸੂਬਾ ਸਿੰਘ ਜੀ ਦੇ ਮੂੰਹ ਉੱਤੇ ਡੂੰਘੀ ਗੰਭੀਰਤਾ ਆ ਗਈ। ਉਹਦਾ ਬੱਚਾ ਕੋਈ ਨਹੀਂ ਸੀ ਤੇ ਮੈਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਸੀ। ਕਿੰਨੀ ਕੁ ਉਮਰ ਦੀ ਸੀ? ਕੋਈ 22 ਵਰ੍ਹਿਆਂ ਦੀ। ਤੇ ਤੁਸੀਂ? ਕੋਈ 8-9 ਵਰ੍ਹਿਆਂ ਦਾ। ਉਹ ਪਰਦੇ 'ਚ ਰਹਿਣ ਵਾਲੀ ਵੱਡੇ ਘਰ ਦੀ ਇਸਤਰੀ। ਇੱਕ ਦਿਹਾੜੇ ਉਹਨੇ ਸਾਡੇ ਘਰ ਦਾ ਬੂਹਾ ਖੜਕਾਇਆ। ਪਿਤਾ ਜੀ ਆਰਾਮ ਕਰ ਰਹੇ ਸਨ। ਉੱਠੇ ਕੋਈ ਨਾ ਤੇ ਬੋਲੇ, ਕੌਣ ਏ? ਬੂਹਾ ਫੇਰ ਖੜਕਿਆ ਪਰ ਜਵਾਬ ਕੋਈ ਨਾ ਆਇਆ। ਪਿਤਾ ਜੀ ਨੇ ਰੋਹ ਨਾਲ ਆਖਿਆ, ਕੌਣ ਏ? ਅੰਦਰ ਆ ਜਾ। ਘੁੰਡ ਕੱਢੀ ਉਸ ਇਸਤਰੀ ਨੇ ਅੰਦਰ ਆ ਕੇ ਆਖਿਆ, ਮੈਂ ਰਾਏ ਸਾਹਿਬ ਦੀ ਨੂੰਹ ਆ। ਹੁਣ ਪਿਤਾ ਜੀ ਘਬਰਾ ਗਏ ਤੇ ਉੱਠ ਕੇ ਪੁੱਛਣ ਲੱਗੇ, ਕੀ ਗੱਲ ਏ? ਉਹਨੇ ਉਸੇ ਤਰ੍ਹਾਂ ਘੁੰਡ ਕੱਢੀ ਆਖਿਆ, ਤੁਸੀਂ ਮੁੰਡੇ ਨੂੰ ਮਾਰਿਆ ਨਾ ਕਰੋ। ਤੁਹਾਨੂੰ ਪਤਾ ਹੈ ਉਹ ਤੁਹਾਡੇ ਕੋਲੋਂ ਡਰਦਾ ਘਰ ਨਹੀਂ ਵੜਦਾ, ਰੋਟੀ ਨਹੀਂ ਖਾਂਦਾ। ਜੇ ਉਹਦੀ ਮਾਂ ਜਿਉਂਦੀ ਹੁੰਦੀ। ਤੁਸੀਂ ਕਿੱਡੇ ਕੁ ਸੌ ਜਦੋਂ ਮਾਂ ਗੁਜ਼ਰ ਗਈ ਸੀ। ਅਸਲ 'ਚ ਮੇਰੇ ਪਿਤਾ ਜੀ ਦੀ ਮੇਰੀ ਮਾਂ ਨਾਲ ਵੀ ਨਹੀਂ ਸੀ ਬਣਦੀ। ਮੈਂ 2.5-3 ਵਰ੍ਹਿਆਂ ਦਾ ਸਾਂ ਜਦੋਂ ਮਾਂ ਬਿਮਾਰ ਹੋ ਗਈ ਸੀ ਤੇ ਪਿਤਾ ਜੀ ਨੇ ਉਹਨੂੰ ਪੇਕੇ ਭੇਜ ਛੱਡਿਆ। ਤੁਹਾਨੂੰ ਮਾਂ ਦੀ ਸ਼ਕਲ ਵੀ ਨਹੀਂ ਯਾਦ ਹੋਣੀ। ਮਾਂ ਨੂੰ ਬਚਣ ਦੀ ਉਮੀਦ ਨਹੀਂ ਸੀ ਜਦੋਂ ਉਹਨੇ ਸੁਨੇਹਾ ਭੇਜਿਆ ਕਿ ਉਹ ਮੈਨੂੰ ਵੇਖਣਾ ਚਾਹੁੰਦੀ ਏ। ਪਿਤਾ ਜੀ ਮੈਨੂੰ ਲੈ ਗਏ ਤੇ ਦੂਰੋਂ ਵਿਖਾ ਕੇ ਵਾਪਸ ਲੈ ਆਏ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਕੁਝ ਦਿਨ ਲੰਘ ਗਏ। ਮੇਰੀ ਮਾਂ ਮੈਨੂੰ ਮਿਲੇ ਬਿਨਾਂ ਮਰ ਨਾ ਸਕੀ। ਮਾਂ ਦੇ ਸਾਹ ਅਟਕੇ ਹੋਏ ਸਨ। ਜਦੋਂ ਮਾਂ ਨੂੰ ਪਾਲਕੀ 'ਚ ਪਾ ਕੇ ਮੇਰੇ ਮਾਮਾ ਜੀ ਲੈ ਕੇ ਆਏ, ਇੱਕ ਵਾਰੀ ਇਹਨੂੰ ਮੁੰਡਾ ਵਿਖਾ ਦਿਓ। ਪਿਤਾ ਜੀ ਨੇ ਸ਼ਰਤ ਰੱਖੀ ਕਿ ਮਾਂ ਦੇ ਮੂੰਹ 'ਤੇ ਪਤਲਾ ਕੱਪੜਾ ਪਾ ਦਿੱਤਾ ਜਾਏ ਤਾਂ ਕਿ ਉਹਦਾ ਸਾਹ ਮੁੰਡੇ ਨੂੰ ਨਾ ਛੋਵੇ। ਇਸੇ ਤਰ੍ਹਾਂ ਕੀਤਾ ਗਿਆ, ਪਰ ਮਾਂ ਆਖਰ ਮਾਂ ਸੀ। ਦੋਵੇਂ ਬਾਹਾਂ ਮੇਰੇ ਵੱਲ ਅੱਡ ਦਿੱਤੀਆਂ। ਪਿਤਾ ਜੀ ਮੇਰੀ ਬਾਂਹ ਖਿੱਚ ਕੇ ਬਾਹਰ ਲੈ ਗਏ। ਬਸ ਮੈਨੂੰ ਇਹੀਓ ਯਾਦ ਏ। ਮੂੰਹ 'ਤੇ ਚਿੱਟਾ ਕੱਪੜਾ ਪਿਆ ਹੋਇਆ ਸੀ ਤੇ ਦੋਵੇਂ ਬਾਹਾਂ ਮੇਰੇ ਵੱਲ ਅੱਡੀਆਂ ਹੋਈਆਂ। ਮੇਰੇ ਅੰਦਰਲੀ ਔਰਤ ਤੇ ਮਾਂ ਤੜਪ ਉੱਠੀ। ਡੱਕ ਡੱਕ ਮੇਰੀਆਂ ਅੱਖਾਂ ਭਰ ਗਈਆਂ ਤੇ ਇੱਕ ਪਲ ਮੈਨੂੰ ਇਹੀਓ ਜਾਪਿਆ ਜਿਵੇਂ ਮੇਰੇ ਆਖਰੀ ਸਾਹ ਹੋਣ ਤੇ ਮੈਂ ਆਪਣੇ ਬੱਚੇ ਨੂੰ ਇੱਕ ਵਾਰੀ ਵੇਖਣ ਲਈ ਬਿਲਕੁਲ ਉੱਠੀ ਹੋਵਾਂ। ਮੈਨੂੰ ਹੁਣ ਤੱਕ ਔਰਤ ਉਹੀ ਔਰਤ ਲੱਗਦੀ ਏ ਜਿਹਦੇ 'ਚ ਦੈਵੀ ਪ੍ਰਭਾਵ ਹੋਵੇ ਤੇ ਮੈਂ ਹਰ ਔਰਤ ਵਿੱਚੋਂ ਰਾਏ ਸਾਹਿਬ ਦੀ ਨੂੰਹ ਨੂੰ ਲੱਭਦਾ। ਮੇਰੇ ਤੇ ਫੂਲਾਂ ਰਾਣੀ ਦੇ ਅੰਦਰ ਔਰਤ ਹੋਣ ਦੀ ਜੋ ਸਾਂਝ ਸੀ, ਉਹਦੇ ਨਾਲ ਸਾਡੇ ਦੋਹਾਂ ਦੇ ਮਨ 'ਚ ਇੱਕ ਚੀਜ਼ ਪਈ। ਉਹਨੇ ਤੁਹਾਡੀ ਕੋਈ ਚੀਜ਼ ਵੇਖੀ ਕਿ ਨਹੀਂ? ਮੈਂ ਤੇ ਫੁੱਲਾਂ ਨੇ ਲਗਭਗ ਇੱਕੋ ਜਿਹਾ ਸਵਾਲ ਕੀਤਾ। ਨਾ ਜੀ, ਬਹੁਤ ਛੇਤੀ ਉਹ ਮਰ ਗਈ ਸੀ। ਅੱਜ ਜਿਹੜੇ ਰੁੱਖ ਨੂੰ ਹੁਨਰ ਦੇ ਫਲ ਪੈ ਗਏ ਸਨ, ਜਿਹਦੀ ਛਾਵੇਂ ਬਹਿ ਕੇ ਆਉਂਦੇ ਕਲਾਕਾਰਾਂ ਨੇ ਕਈ ਕੁਝ ਸਿੱਖਣਾ ਸੀ, ਉਸ ਰੁੱਖ ਦੀ ਮਾਲਣ ਸਾਰਿਆਂ ਨੂੰ ਚੇਤੇ ਆਈ। ਇੱਕੋ ਹਸਰਤ ਸੀ, ਜੇ ਕਦੇ ਉਹ ਅੱਜ ਵੇਖਦੀ। 20x26 ਸਾਈਜ਼ ਦੀ ਸੋਹਣੀ ਦੀ ਛਪੀ ਹੋਈ ਤਸਵੀਰ ਕਮਰੇ 'ਚ ਲੱਗੀ ਹੋਈ ਸੀ। ਫੁੱਲਾਂ ਰਾਣੀ ਨੇ ਇੱਕ ਨਜ਼ਰ ਭਰ ਕੇ ਵੇਖਿਆ ਤੇ ਆਖਿਆ, ਇਹ ਤਾਂ ਸੀ ਨਾ ਔਰਤ ਦੇ ਪ੍ਰਭਾਵ ਬਾਰੇ। ਇੱਕ ਵਾਰ ਤੁਸੀਂ ਅੰਮ੍ਰਿਤਸਰ ਮੈਨੂੰ ਔਰਤ ਦੀ ਸੁੰਦਰਤਾ ਬਾਰੇ ਵੀ ਦੱਸਿਆ ਸੀ। ਹਾਂਜੀ, ਔਰਤ ਦੀ ਸੁੰਦਰਤਾ ਦਾ ਮਿਆਰ ਉਦੋਂ ਬਣਿਆ ਜਦੋਂ ਮੈਂ ਬਗਦਾਦ ਵਿੱਚ ਸਾਂ। ਬਗਦਾਦ ਤੁਸੀਂ ਮਿਲਟਰੀ 'ਚ ਭਰਤੀ ਹੋ ਕੇ ਗਏ ਸੋ? ਨਕਸ਼ਾ ਨਵੀਸ ਦੇ ਤੌਰ 'ਤੇ ਮੈਂ ਆਖਿਆ। ਹਾਂਜੀ, 60 ਰੁਪਏ ਤਨਖਾਹ 'ਤੇ ਗਿਆ ਸਾਂ। ਫਿਰ ਹੌਲੀ ਹੌਲੀ 250 ਤੱਕ ਪਹੁੰਚ ਗਿਆ ਸਾਂ, ਸਿਵਲ ਵਾਲੇ ਪਾਸੇ। ਅੰਗਰੇਜ਼ੀ ਵੀ ਮੈਂ ਉੱਥੇ ਹੀ ਸਿੱਖੀ ਸੀ। ਉੱਥੇ ਮੈਂ ਰਹਿੰਦਾ ਸਾਂ। ਉਸ ਮਕਾਨ 'ਚ 22 ਕਮਰੇ ਸਨ ਤੇ ਉਹਨਾਂ ਵਿੱਚ 22 ਟੱਬਰ ਸਨ। ਬੜੀ ਗਰੀਬੀ ਸੀ। ਇੱਕ ਇੱਕ ਕਮਰੇ 'ਚ ਇੱਕ ਇੱਕ ਟੱਬਰ ਦਾ ਗੁਜ਼ਾਰਾ ਹੁੰਦਾ ਸੀ। ਪਰ ਸਵੇਰੇ ਜਦੋਂ ਮੈਂ ਉੱਠਣਾ, ਸਭ ਨੇ ਮੰਜੀਆਂ ਉੱਤੇ ਸੁੱਤਿਆ ਹੋਣਾ ਤੇ ਸੁੱਤੀਆਂ ਹੋਈਆਂ ਉਹਨਾਂ ਚਿੱਟੀਆਂ ਦੁੱਧ ਕੁੜੀਆਂ ਦੀ ਸਰਹੰਦੀ, ਉਹਨਾਂ ਦੇ ਛੋਟੇ ਛੋਟੇ ਤੇ ਕਾਲੇ ਵਾਲ ਇੰਝ ਖਿਲਰੇ ਹੋਏ ਹੁੰਦੇ ਸਨ ਜਿਵੇਂ ਉਹ ਸੁਪਨਿਆਂ 'ਚ ਵਲੇਟੀਆਂ ਹੋਈਆਂ ਪਰੀਆਂ ਹੋਣ। ਮਕਾਨ ਦੀ ਮਾਲਕਣ ਸਾਰਿਆਂ ਨਾਲ ਲੜਦੀ ਸੀ, ਕਦੇ ਕਿਰਾਏ ਪਿੱਛੇ, ਕਦੇ ਪਾਣੀ ਪਿੱਛੇ, ਕਦੇ ਰੌਲੇ ਤੋਂ ਤੰਗ ਆ ਕੇ। ਤੇ ਜਿਹੜਾ ਰਾਤੀ 10 ਵਜੇ ਤੋਂ ਬਾਅਦ ਘਰ ਆਉਂਦਾ ਸੀ, ਉਹਦੀ ਤਾਂ ਸ਼ਾਮਤ ਹੀ ਆ ਜਾਂਦੀ ਸੀ। ਇੱਕ ਵਾਰ ਮੇਰਾ ਜੀਅ ਬੜਾ ਉਦਾਸ ਸੀ। ਮੈਂ ਮੋਟਰਸਾਈਕਲ ਲੈ ਕੇ ਘੁੰਮਦਾ ਰਿਹਾ, ਸਿਨੇਮਾ ਵੀ ਵੇਖਿਆ, ਪਰ ਕੁਛ ਨਾ ਬਣਿਆ। ਰਾਤੀ 11 ਵਜੇ ਜਦੋਂ ਘਰ ਮੁੜਿਆ ਤਾਂ ਮਕਾਨ ਦੀ ਮਾਲਕ ਨੂੰ ਚੇਤੇ ਕਰਕੇ ਡਰ ਗਿਆ। ਪੌੜੀਆਂ ਚੜ੍ਹਨ ਲੱਗਾ ਸਾਂ ਕਿ ਉਹਦੀ ਆਵਾਜ਼ ਆਈ, ਬਾਬੂ। ਮੈਂ ਡਰ ਕੇ ਖਲੋ ਗਿਆ। ਉਹ ਮੇਰੇ ਕੋਲ ਆ ਕੇ ਮੇਰੇ
ਲੱਥੇ ਹੋਏ ਮੂੰਹ ਵੱਲ ਵੇਖ ਕੇ ਆਖਣ ਲੱਗੀ, ਤੇਰੀ ਤਬੀਅਤ ਠੀਕ ਨਹੀਂ? ਤਬੀਅਤ ਤਾਂ ਠੀਕ ਹੈ, ਪਰ ਮੇਰਾ ਜੀ ਉਦਾਸ ਹੈ। ਕਿਉਂ? ਪਤਾ ਨਹੀਂ, ਘਰੋਂ ਕੋਈ ਮਾੜੀ ਚਿੱਠੀ ਆਈ ਹੈ। ਮੇਰਾ ਘਰ ਕੋਈ ਹੈ ਹੀ ਨਹੀਂ, ਮਾੜੀ ਚਿੱਠੀ ਕਿਹਦੀ ਆਏਗੀ? ਤੇਰਾ ਕੋਈ ਨਹੀਂ? ਕੋਈ ਨਹੀਂ। ਉਸ ਵੇਲੇ ਮੈਂ ਵੇਖਿਆ ਸਾਰਿਆਂ ਨਾਲ ਲੜਨ ਵਾਲੀ ਉਸ ਔਰਤ ਦੀਆਂ ਅੱਖਾਂ 'ਚ ਅੱਥਰੂ ਭਰੇ ਹੋਏ ਸਨ। ਉਸ ਵੇਲੇ ਮੈਨੂੰ ਉਹਦੀਆਂ ਅੱਖਾਂ ਵਿੱਚੋਂ ਵੀ ਰਾਏ ਸਾਹਿਬ ਦੀ ਨੂੰਹ ਦਿਸੀ। ਸਵੇਰੇ ਉਹਨੇ ਮੈਨੂੰ ਆਪ ਚਾਹ ਬਣਾ ਕੇ ਪਿਆਈ। ਇਹ ਮੇਰੀ ਸੁੰਦਰਤਾ ਦੀ ਕਸਵੱਟੀ ਸੀ। ਇਹ ਸੁੰਦਰਤਾ ਮੈਨੂੰ ਬਗਦਾਦ ਵਿੱਚ ਹੀ ਲੱਭ ਪਈ। ਕਿੰਨੇ ਸਾਲ ਉੱਥੇ ਰਹੇ? ਕੋਈ 3.5 ਸਾਲ। ਫਿਰ ਨੌਕਰੀ ਛੱਡ ਕੇ ਅੰਮ੍ਰਿਤਸਰ ਆ ਗਿਆ। ਨੌਕਰੀ ਕਿਉਂ ਛੱਡੀ? ਲਓ ਜੀ, ਨੌਕਰੀ ਕਰਨੀ ਹੁੰਦੀ ਤਾਂ ਪਿਤਾ ਜੀ ਦੇ ਆਖੇ ਨਾ ਲੱਗਦੇ। ਪਿਤਾ ਜੀ ਤੋਂ ਡਰਦਾ ਜਦੋਂ ਮੈਂ ਘਰ ਨਹੀਂ ਸੀ ਵੜਦਾ ਹੁੰਦਾ, ਉਦੋਂ ਵੰਗ ਵਿੱਚ ਜਾ ਕੇ ਸੋਚਦਾ ਹੁੰਦਾ ਸਾਂ, ਜਿਹੜਾ ਆਦਮੀ ਆਜ਼ਾਦ ਨਹੀਂ, ਉਹ ਆਜ਼ਾਦ ਸੋਚ ਨਹੀਂ ਸਕਦਾ, ਅਤੇ ਜਿਹੜਾ ਸੱਚ ਨਹੀਂ ਬੋਲਦਾ ਉਹ ਸੱਚ ਜਿਉ ਨਹੀਂ ਸਕਦਾ, ਅਤੇ ਜਿਹੜਾ ਨੌਕਰੀ ਕਰੇਗਾ ਉਹ ਸੱਚ ਨਹੀਂ ਬੋਲ ਸਕੇਗਾ। ਇਹ ਬਗਦਾਦ ਵਾਲੀ ਨੌਕਰੀ ਤਾਂ ਇਸ ਲਈ ਕੀਤੀ ਸੀ ਕਿ ਆਜ਼ਾਦ ਕੰਮ ਕਰਨ ਦਾ ਬੰਨ ਨੂੰ ਵੱਜ ਜਾਏ, ਅਤੇ ਜਦੋਂ ਥੋੜ੍ਹੇ ਜਿਹੇ ਪੈਸੇ ਹੋ ਗਏ ਤਾਂ ਅੰਮ੍ਰਿਤਸਰ ਆ ਕੇ ਆਪਣਾ ਕੰਮ ਕਰਨ ਲੱਗ ਪਿਆ। ਤਨਖਾਹ ਜਿੰਨੇ ਪੈਸੇ ਤਾਂ ਨਹੀਂ ਬਣਦੇ ਹੋਣੇ, ਕੌਣ ਹੋ ਜੀ, ਮਸਾਂ 4 ਆਨੇ ਰੋਜ਼ ਬਣਦੇ ਸੀ। ਇਹਨੂੰ ਮੈਂ ਆਜ਼ਾਦ ਗੁਲਾਮੀ ਆਖਦਾ। ਇਹਦੇ 'ਚ ਕੰਮ ਕਰਨ ਦੀ ਜ਼ਿੰਮੇਵਾਰੀ ਪੈਦਾ ਹੁੰਦੀ ਹੈ ਅਤੇ ਆਦਮੀ ਅਗਾਂਹ ਵੱਧਦਾ ਹੈ। ਪਰ ਨੌਕਰੀ ਨੂੰ ਮੈਂ ਜਕੜੀ ਹੋਈ ਖੁੱਲ੍ਹ ਆਖਦਾ। ਪੈਸੇ ਮਿਲਣ ਦੀ ਤਸੱਲੀ ਹੁੰਦੀ ਹੈ ਅਤੇ ਆਦਮੀ ਦਾ ਵਿਕਾਸ ਰੁਕ ਜਾਂਦਾ ਹੈ। ਸਭ ਤੋਂ ਪਹਿਲਾਂ ਤੁਸੀਂ ਸ਼ਾਇਦ ਸਿੱਖ ਇਤਿਹਾਸ ਨੂੰ ਚਿਤਰਿਆ। ਹਾਂਜੀ, 1924 'ਚ ਕਈ ਚੀਜ਼ਾਂ ਫੁਲਵਾੜੀ 'ਚ ਛਪੀਆਂ, ਫਿਰ 10-12 ਤਸਵੀਰਾਂ ਰਣਜੀਤ ਨਗਾਰੇ 'ਚ। ਉਸ ਤੋਂ ਬਾਅਦ ਮੈਨੂੰ ਜਾਪਿਆ ਭਗਤ ਆਪਣੇ ਗੁਰੂ ਕੋਲੋਂ ਵੀ ਵੱਡੇ ਹੁੰਦੇ ਨੇ। ਫਿਰ ਮੈਂ ਸੂਰਦਾਸ, ਸ਼ੇਖ ਫਰੀਦ ਅਤੇ ਕਬੀਰ ਨੂੰ ਚਿਤਰਿਆ। ਫਿਰ ਮੈਨੂੰ ਜਾਪਿਆ ਪਿਆਰ ਕਰਨ ਵਾਲੇ ਲੋਕ ਭਗਤਾਂ ਨਾਲੋਂ ਵੀ ਵੱਡੇ ਹੁੰਦੇ ਨੇ। ਫਿਰ ਮੈਂ ਸੋਹਣੀ ਮਹੀਵਾਲ, ਸੱਸੀ ਪੁੰਨੂ ਅਤੇ ਹੀਰ ਨੂੰ ਚਿਤਰਿਆ। ਹੁਣ ਮੇਰਾ ਖਿਆਲ ਇਹ ਔਰਤ ਸਭ ਤੋਂ ਵੱਡੀ ਹੈ। ਜਨਮ, ਜ਼ਿੰਦਗੀ, ਸਮਾਜ ਅਤੇ ਮਨੁੱਖਤਾ ਨੂੰ ਸਾਰੀ ਦੇਣ ਔਰਤ ਦੀ ਦੇਣ ਹੈ। ਮੈਂ ਮੁਮਤਾਜ਼ ਦੀ ਤਸਵੀਰ ਵੀ ਇਸੇ ਖਿਆਲ ਨਾਲ ਬਣਾਈ ਸੀ। ਇਹ ਤਸਵੀਰ ਮੈਂ ਨਹੀਂ ਵੇਖੀ, ਲੰਦਨ ਇਲਸਟ੍ਰੇਟਿਡ ਨਿਊਜ਼ 'ਚ ਛਪੀ ਸੀ। ਕਈ ਘੰਟਿਆਂ ਦੀ ਬੈਠਕ ਨਾਲ ਸੋਭਾ ਸਿੰਘ ਜੀ ਨੂੰ ਥਕੇਵਾਂ ਮਹਿਸੂਸ ਹੋਇਆ। ਬੀਬੀ ਜੀ, ਅੱਜ ਰਬੜ ਦੀ ਜਿਹੜੀ ਨਵੀਂ ਗੱਦੀ ਆਂਦੀ ਹੈ, ਕੱਢੋ ਖਾਂ। ਫੂਲਾਂ ਜੀ ਨੇ ਗੱਦੀ ਕੱਢ ਦਿੱਤੀ ਅਤੇ ਸੋਭਾ ਸਿੰਘ ਜੀ ਨੇ ਦੂਰੀ ਕਰਕੇ ਆਪਣੇ ਹੇਠਾਂ ਵਿਛਾ ਲਈ। ਇੱਥੇ ਕਿਹੜਾ ਇੰਦਰ ਕੌਰ ਹੋਰੀ ਵੇਖਦੇ ਪਏ ਨੇ, ਅੱਜ ਨਵੀਂ ਗੱਦੀ ਵਿਛਾਓ ਜੀ। ਸਾਰੇ ਹੱਸ ਪਏ ਅਤੇ ਮੈਨੂੰ ਵਰ੍ਹਿਆਂ ਪੁਰਾਣੀ ਗੱਲ ਯਾਦ ਆਈ। ਜਦੋਂ ਇੰਦਰ ਕੌਰ, ਸੋਭਾ ਸਿੰਘ ਦੀ ਪਤਨੀ, ਪੇਕੇ ਜਾਂਦੇ ਹੁੰਦੇ ਸਨ, ਉਦੋਂ ਸੋਭਾ ਸਿੰਘ ਜੀ ਆਪਣੀ ਸਾਟਨ ਦੀ ਰਜਾਈ ਨੂੰ ਉਲਟਾ ਕੇ ਸੌਂਦੇ ਹੁੰਦੇ ਸਨ। ਸੂਤੀ ਪਾਸਾ ਬਾਹਰ ਨੂੰ ਅਤੇ ਰੇਸ਼ਮੀ ਪਾਸਾ ਅੰਦਰ ਨੂੰ। ਆਖੇ ਲੋਕਾਂ ਨੂੰ ਭਾਵੇਂ ਮਾੜਾ ਲੱਗੇ ਭਾਵੇਂ ਚੰਗਾ, ਪਰ ਅੱਜ ਰਾਤੀ ਸਾਟਨ ਦਾ ਕੂਲਾ ਪਾਸਾ ਮੇਰੇ ਪਿੰਡੇ ਨਾਲ ਲੱਗੇਗਾ। ਅਤੇ ਮੈਂ ਫੂਲਾਂ ਰਾਣੀ ਨੂੰ ਅਤੇ ਹੋਰ ਕੋਲ ਬੈਠਿਆਂ ਨੂੰ ਇਹ ਗੱਲ ਸੁਣਾਈ ਤਾਂ ਸੋਭਾ ਸਿੰਘ ਜੀ ਹੱਸ ਕੇ ਆਖਣ ਲੱਗੇ, ਮੈਂ ਜਦੋਂ ਬਾਜ਼ਾਰੋਂ ਨਵਾਂ ਬੂਟ ਲਵਾਂ, ਹਮੇਸ਼ਾ ਨਵਾਂ ਬੂਟ ਪੈਰੀ ਪਾ ਕੇ ਆਉਣਾ ਅਤੇ ਪੁਰਾਣਾ ਡੱਬੇ 'ਚ ਰੱਖ ਲਿਆਉਣਾ ਹੈ। ਅੱਜ ਕੱਲ੍ਹ ਇੰਦਰ ਕੌਰ ਜੀ ਨੇ ਮੇਰੇ ਲਈ ਕਸ਼ਮੀਰੋਂ ਇੱਕ ਗਰਮ ਚਾਦਰ ਮੰਗਾਈ ਹੈ, ਪਰ ਟਰੰਕ 'ਚ ਰੱਖੀ ਹੋਈ ਨੇ ਕਿ ਪਹਿਲੋਂ ਮੇਰਾ ਕੋਟ ਫੱਟ ਲਵੇ, ਫਿਰ ਉਹ ਮੈਨੂੰ ਚਾਦਰ ਦੇਣਗੇ। ਅਤੇ ਜਿਨ੍ਹਾਂ ਦੇ ਘਰ ਸੋਭਾ ਸਿੰਘ ਜੀ ਠਹਿਰੇ ਹੋਏ ਸਨ, ਉਹਨਾਂ ਨੇ ਆਪਣਾ ਕੈਮਰਾ ਕੱਢ ਲਿਆ ਕਿ ਉਹ ਇਸ ਵੇਲੇ ਕਲਾਕਾਰ ਦੇ ਕੰਮ ਕਰਦਿਆਂ ਹੋਇਆਂ ਇੱਕ ਤਸਵੀਰ ਲੈਣਗੇ। ਮੇਰੀ ਬਣਦੇ ਬੁੱਤ ਦੀ ਅਤੇ ਕਲਾਕਾਰ ਹੱਥ ਦੀ ਤਸਵੀਰ ਲੈ ਚੁੱਕਣ ਪਿੱਛੋਂ ਉਹਨਾਂ ਨੇ ਚਾਹਿਆ ਕਿ ਉਹ ਸੋਭਾ ਸਿੰਘ ਜੀ ਦੀ ਇੱਕ ਵੱਡੀ ਤਸਵੀਰ ਖਿੱਚਣ। ਸੋਭਾ ਸਿੰਘ ਨੇ ਕਣਕ ਬੰਨੀ ਚਾਦਰ ਓढ़ ਲਈ ਅਤੇ ਜਦੋਂ ਤਸਵੀਰ ਲੱਥ ਗਈ, ਮੈਂ ਪੁੱਛਿਆ, ਇਹ ਰੰਗ ਤੁਹਾਨੂੰ ਬੜਾ ਪਸੰਦ ਹੈ? ਤੁਸੀਂ ਗਰਮ ਕਮੀਜ਼ ਵੀ ਅਕਸਰ ਇਸੇ ਰੰਗ ਦੀ ਪਾਉਂਦੇ ਹੋ, ਗਰਮ ਪਜਾਮਾ ਵੀ, ਸਾਰੀਆਂ ਬਾਹਾਂ ਵਾਲਾ ਗਰਮ ਸਵੈਟਰ ਵੀ। ਚੰਗਾ ਹੈ, ਛੇਤੀ ਮੈਲਾ ਨਹੀਂ ਹੁੰਦਾ। ਨਿਰੀ ਇੰਨੀ ਗੱਲ ਤਾਂ ਨਹੀਂ। ਜਦੋਂ ਤਸਵੀਰ ਬਣਾਉਂਦੇ ਹੋਈਏ ਤਾਂ ਇੱਕ ਰੰਗ ਲਾਈਦਾ ਅਤੇ ਬੁਰਸ਼ ਧੋ ਲਈਦਾ, ਫਿਰ ਦੂਜਾ ਰੰਗ ਲਾਈਦਾ, ਬੁਰਸ਼ ਧੋ ਲਈਦਾ। ਇਸ ਤਰ੍ਹਾਂ ਜਿਹੜੇ ਪਾਣੀ ਵਿੱਚ ਬੁਰਸ਼ ਧੋਂਦੇ ਰਹੀਏ, ਉਹ ਅਖੀਰ ਉੱਤੇ ਇਸੇ ਰੰਗ ਦਾ ਹੋ ਜਾਂਦਾ ਹੈ। ਜ਼ਿੰਦਗੀ ਦੀਆਂ ਸਾਰੀਆਂ ਗਮੀਆਂ, ਸਾਰੀਆਂ ਖੁਸ਼ੀਆਂ ਜਦੋਂ ਰਲਾ ਦਈਏ ਤਾਂ ਇਹ ਰੰਗ ਬਣ ਜਾਂਦਾ ਹੈ। ਸੋਟੀ ਦੇ ਆਸਰੇ ਨੂੰ ਪਰਾਂ ਰੱਖ ਕੇ ਉਹ ਫਿਰ ਆਪਣੀ ਥਾਵੇਂ ਬਹਿ ਗਏ ਅਤੇ ਫਿਰ ਸ਼ਾਇਦ ਆਪਣੀ ਲੱਤ ਦੇ ਮਾੜੇ ਜਿਹੇ ਲੰਗਾਹ ਤੋਂ ਦੁੱਖ ਕੇ ਉਹਨਾਂ ਨੇ ਮੈਨੂੰ ਪੁੱਛਿਆ, ਤੁਸੀਂ ਬਾਇਰਨ ਦੀ ਜੀਵਨੀ ਪੜ੍ਹੀ ਹੈ? ਤੁਹਾਨੂੰ ਉਹ ਥਾਂ ਯਾਦ ਹੈ ਜਿੱਥੇ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਜਾਂਦਾ ਹੈ ਅਤੇ ਉਹਦੇ ਕਮਰੇ 'ਚੋਂ ਆਵਾਜ਼ ਆ ਰਹੀ ਹੁੰਦੀ ਹੈ? ਉਹ ਆਪਣੀ ਦਾਸੀ ਨੂੰ ਆਖ ਰਹੀ ਹੁੰਦੀ ਹੈ ਕਿ ਉਹ ਲੰਗੜੇ ਬਾਇਰਨ ਨਾਲ ਕਦੇ ਵੀ ਵਿਆਹ ਨਹੀਂ ਕਰੇਗੀ। ਹਾਂ, ਉਹੀ ਉਹ ਥਾਂ। ਅਤੇ ਫਿਰ ਉਸ ਕੁੜੀ ਦਾ ਜਦੋਂ ਕਿਤੇ ਵਿਆਹ ਹੋ ਜਾਂਦਾ ਤਾਂ ਬਾਇਰਨ ਆਪਣੀ ਡਾਇਰੀ 'ਚ ਲਿਖਦਾ ਹੈ, ਉਹਨੇ ਉਸ ਆਦਮੀ ਨਾਲ ਵਿਆਹ ਕਰਾ ਲਿਆ ਜਿਹੜਾ ਲੰਗੜਾ ਨਹੀਂ ਸੀ। ਇੱਥੋਂ ਹੀ ਬਾਇਰਨ ਦਾ ਰਾਹ ਬਦਲ ਗਿਆ ਅਤੇ ਫਿਰ ਉਹ ਸੋਚਣ ਲੱਗ ਪਿਆ, ਜੇ ਮੈਂ ਇਹਨਾਂ ਬੁਝਾਰਤਾਂ ਤੋਂ ਬਦਲਾ ਲੈ ਸਕਾਂ। ਪਰ ਜੀ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਬਹੁਤੇ ਕਲਾਕਾਰਾਂ ਦੇ ਜੀਵਨ 'ਚ ਘਟੀਆਪਨ ਕਿਉਂ ਆ ਜਾਂਦਾ ਹੈ। ਫੂਲਾਂ ਰਾਣੀ ਨੇ ਜਿਵੇਂ ਬਾਇਰਨ ਦੇ ਨਾਂ ਤੋਂ ਡਰ ਕੇ ਪੁੱਛਿਆ।
ਸੋਭਾ ਸਿੰਘ ਨੇ ਸੁੱਕ ਦੀ ਮਿੱਟੀ ਉੱਤੇ ਪਾਣੀ ਛਿੜਕ ਕੇ ਆਖਿਆ, ਮਨੁੱਖੀ ਮਨ ਨੂੰ ਸਮਝਣਾ ਬੜਾ ਔਖਾ ਹੁੰਦਾ ਬੀਬੀ ਜੀ। ਜੀਵਨ ਦੇ ਕੁਦਰਤੀ ਪ੍ਰਵਾਹ ਨੂੰ ਜਦੋਂ ਰੋਕਿਆ ਜਾਏ ਤਾਂ ਕੰਢੇ ਤੋੜ ਦਿੰਦਾ ਹੈ। ਆਸਕਰ ਵਾਈਲਡ ਦਾ ਇੱਕ ਪਾਤਰ ਆਖਦਾ ਹੈ ਕਿ ਕਲਾਕਾਰ ਆਪਣਾ ਵਧੀਆ ਪਾਸਾ ਸਾਰਾ ਹੁਨਰ ਚਲਾ ਦਿੰਦੇ ਨੇ, ਇਸ ਲਈ ਫਿਰ ਆਪਣੇ ਜਿਉਣ ਵਾਸਤੇ ਉਹਨਾਂ ਕੋਲ ਸਿਰਫ ਘਟੀਆ ਪਾਸਾ ਰਹਿ ਜਾਂਦਾ ਹੈ। ਮੈਂ ਹੱਸ ਕੇ ਫੂਲਾਂ ਨੂੰ ਆਖਿਆ ਤੇ ਫਿਰ ਨਾਲ ਹੀ ਆਖਿਆ, ਪਰ ਇਹ ਗੱਲ ਨਹੀਂ, ਇਸ ਤਰ੍ਹਾਂ ਵਿਕਾਸ ਰੁਕ ਜਾਂਦਾ ਹੈ ਤੇ ਘਟੀਆ ਜਿਉਣ ਵਾਲੇ ਦਾ ਪਰਛਾਵਾਂ ਉਹਦੇ ਹੁਨਰ 'ਚ ਉਤਰਨਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਬੰਦਿਸ਼ਾਂ ਵਿੱਚ ਜਿਉਣ ਵਾਲੇ ਦਾ ਜ਼ਿੰਦਗੀ ਬਾਰੇ ਨਜ਼ਰੀਆ ਵੀ ਛੋਟਾ ਹੋ ਜਾਂਦਾ ਹੈ। ਜਿਹਨੇ ਜਿਉਂ ਕੇ ਤੱਕਿਆ ਹੋਵੇ ਉਹਦੇ ਅੰਦਰ ਇੱਕ ਰੱਜ ਹੁੰਦਾ ਹੈ। ਸੋਭਾ ਸਿੰਘ ਜੀ ਨੇ ਮਿੱਟੀ ਨੂੰ ਗੱਲਾਂ 'ਚ ਭਰਦਿਆਂ ਹੋਇਆਂ ਆਖਿਆ, ਗੱਲਾਂ ਬਹੁਤੀਆਂ ਹੀ ਅੰਦਰ ਲੈ ਗਈਆਂ ਸਨ। ਮੈਂ ਵੀ ਆਖਾਂ ਕਿ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਬੁੱਤ ਕਿਉਂ ਬਣਦਾ ਜਾਂਦਾ ਹੈ। ਸੋਭਾ ਸਿੰਘ ਜੀ ਦਾ ਵਿਸ਼ਵਾਸ ਹੈ ਕਿ ਜਿੱਥੇ ਚਾਰ ਬੰਦੇ ਜਿਉਂਦੇ ਬੈਠੇ ਹੋਣ, ਉਹਨਾਂ ਦੇ ਜਿਉਂਦੇ ਹੋਣ ਦਾ ਇਹ ਸਬੂਤ ਹੁੰਦਾ ਹੈ ਕਿ ਉਹਨਾਂ ਦੀ ਬੈਠਕ ਵਿੱਚੋਂ ਹਰ 5 ਮਿੰਟਾਂ ਪਿੱਛੋਂ ਹਾਸਾ ਛਣਕ ਪਵੇ। ਤੇ ਨਿਰਾ ਉਹ ਆਖਦੇ ਨਹੀਂ, ਉਹ ਹਾਸਾ ਛਣਕਾਣਾ ਵੀ ਜਾਣਦੇ ਹੈ। ਪਰ ਇਹਦਾ ਕੀ ਮਤਲਬ ਹੋਇਆ ਕਿ ਸਾਰੀਆਂ ਲੋਕ ਰੀਤਾਂ ਗਲਤ ਨੇ। ਫੂਲਾਂ ਰਾਣੀ ਨੇ ਗੱਲਾਂ ਦੀ ਪਹਿਲੀ ਲੜੀ ਨੂੰ ਜੋੜ ਦਿੱਤਾ। ਜ਼ਿੰਦਗੀ ਦੀਆਂ ਕੀਮਤਾਂ ਗਲਤ ਨੇ। ਕੀਮਤਾਂ ਨੂੰ ਜ਼ਿੰਦਗੀ ਵਾਸਤੇ ਹੋਣਾ ਚਾਹੀਦਾ, ਨਾ ਕਿ ਜ਼ਿੰਦਗੀ ਨੂੰ ਕੀਮਤਾਂ ਵਾਸਤੇ। ਲੁਕਾ ਲੁਕਾ ਕੇ ਰੱਖੀ ਹੋਈ ਚੀਜ਼ ਨੂੰ ਵੇਖਣਾ ਉਂਝ ਵੀ ਆਦਮੀ ਦੀ ਫਿਤਰਤ ਹੈ। ਚੰਗੀਆਂ ਇਸਤਰੀਆਂ ਦੀ ਸੰਗਤ ਕਰਨ ਵਾਲੇ ਆਦਮੀ 'ਚ ਭੁੱਖ ਨਹੀਂ ਹੁੰਦੀ। ਉਂਝ ਵੀ ਵੇਖ ਲਓ, ਆਦਮੀ ਘੁੰਡ ਵਾਲੀ ਇਸਤਰੀ ਨੂੰ ਹੀ ਉੱਡ ਕੇ ਵੇਖਦਾ, ਦੂਜੀ ਨੂੰ ਨਹੀਂ। ਤੇ ਘੁੰਡ ਅੰਦਰ ਭਾਵੇਂ ਬੁੱਧਵਾਰ ਦਾ ਲੋਢਾ ਵੇਲਾ ਹੀ ਹੋਵੇ। ਸੋਭਾ ਸਿੰਘ ਜੀ ਮੁਸਕਰਾ ਪਏ। ਕਮਰੇ 'ਚ ਹਾਸਾ ਫੇਰ ਛਣਕ ਪਿਆ। ਇਹ ਲੋਢੇ ਵੇਲੇ ਦੀ ਤਾਂ ਗੱਲ ਸਮਝ ਲੱਗ ਗਈ ਹੈ, ਪਰ ਬੁੱਧਵਾਰ ਦੀ ਸਮਝ ਨਹੀਂ ਲੱਗੀ। ਮੈਂ ਆਖਿਆ, ਚਲੋ ਕੁਛ ਤੇ ਭੇਤ ਰਹਿਣ ਦਿਓ। ਮੈਨੂੰ ਯਾਦ ਆਇਆ, ਇੱਕ ਥਾਵੇਂ D.H. ਲਾਰੈਂਸ ਦਾ ਇੱਕ ਪੱਤਰ ਆਖਦਾ ਕਿ ਹਫ਼ਤੇ ਦਾ ਆਖਰੀ ਦਿਨ ਮਨਾਉਣ ਲਈ ਜੇ ਕੋਈ ਸ਼ਨਿਚਰਵਾਰ ਨੂੰ ਹਵਾ 'ਚ ਈਥਰ ਭਰ ਦੇਵੇ, ਗੱਲ ਤਾਂ ਖੂਬਸੂਰਤ ਜਾਪਦੀ ਹੈ, ਪਰ ਬੁੱਧਵਾਰ ਤੱਕ ਸਾਡਾ ਕੀ ਬਣੇਗਾ? ਤੁਹਾਡਾ ਤੇ D.H. ਲਾਰੈਂਸ ਦਾ ਬੁੱਧਵਾਰ ਨਾਲ ਕੋਈ ਜੋੜ ਜਾਪਦਾ ਹੈ। ਹੱਸਦੇ ਹੱਸਦੇ ਸੋਭਾ ਸਿੰਘ ਜੀ ਆਖਣ ਲੱਗੇ, ਅਸਲ 'ਚ ਸ਼ਨਿਚਰਵਾਰ ਨੂੰ ਅੱਧੀ ਛੁੱਟੀ ਹੁੰਦੀ ਹੈ। ਬੰਦਾ ਕੰਮੋਂ ਵੇਸਲਾ ਹੋ ਜਾਂਦਾ ਹੈ। ਐਤਵਾਰ ਸਾਰੇ ਦਿਨ 'ਚ ਉਹਨੂੰ ਅਵੇਸਲਿਆਂ ਰਹਿਣ ਦੀ ਆਦਤ ਹੋ ਜਾਂਦੀ ਹੈ। ਸੋਮਵਾਰ ਉਹਨੂੰ ਕੰਮ ਦਾ ਉੱਦਮ ਹੀ ਨਹੀਂ ਆਉਂਦਾ। ਵੱਧ ਤੋਂ ਵੱਧ ਉਹ ਮੰਗਲਵਾਰ ਤੱਕ ਅਣਗਹਿਲਾ ਹੋ ਸਕਦਾ ਹੈ, ਪਰ ਕੰਮ ਦੇ ਭਾਰ ਤੋਂ ਘਬਰਾ ਕੇ ਉਹ ਅਖੀਰ ਬੁੱਧਵਾਰ ਕੰਮ 'ਚ ਇਸ ਤਰ੍ਹਾਂ ਜੁਟ ਪੈਂਦਾ ਹੈ ਕਿ ਉਹਨੂੰ ਆਪਣੀ ਹੋਸ਼ ਨਹੀਂ ਰਹਿੰਦੀ। ਸੋ ਆਪੇ ਸੋਚ ਲਓ, ਬੁੱਧਵਾਰ ਲੋਢੇ ਵੇਲੇ ਤੱਕ ਉਹਦਾ ਮੂੰਹ ਸਿਰ ਦਾ ਕੀ ਹਾਲ ਹੋ ਜਾਏਗਾ। ਗੱਲਾਂ 'ਚ ਤਿਲਕਦੇ ਅਸੀਂ ਕਿੱਥੇ ਪਹੁੰਚ ਗਏ ਸਾਂ, ਪਰ ਮੈਨੂੰ ਬਾਇਰਨ ਦੇ ਲੰਗੜਾਉਣ ਵਾਲੀ ਗੱਲ ਭੁੱਲੀ ਨਹੀਂ ਸੀ। ਮੈਂ ਪੁੱਛਣਾ ਚਾਹੁੰਦੀ ਸੀ, ਅੱਜ ਤੁਸੀਂ ਬਾਇਰਨ ਦੀ ਡਾਇਰੀ ਵਾਲੀ ਗੱਲ ਕਿਉਂ ਸੁਣਾਈਏ, ਪਰ ਪੁੱਛ ਨਹੀਂ ਸੀ ਸਕਦੀ। ਸਿਰਫ ਇੰਨਾ ਆਖਿਆ, ਤੁਸੀਂ ਵਿਆਹ ਕਿਹੜੀ ਉਮਰ 'ਚ ਕੀਤਾ ਸੀ? ਜਦੋਂ ਬਗਦਾਦ ਤੋਂ ਵਾਪਸ ਆਇਆ ਸਾਂ, ਮੇਰੀ ਭੈਣ ਨੇ ਕੁੜੀ ਲੱਭ ਕੇ ਮੇਰਾ ਵਿਆਹ ਕਰ ਦਿੱਤਾ ਸੀ। ਕਦੇ ਜ਼ਿੰਦਗੀ 'ਚ ਅਜਿਹੀ ਘੜੀ ਵੀ ਆਉਂਦੀ ਹੈ ਜਦੋਂ ਬੰਦੇ ਨੂੰ ਆਪਣੇ ਜਿਉਣ ਲਈ ਪ੍ਰੇਰਨਾ ਮਿਲਦੀ ਹੈ। ਇਸੇ ਪ੍ਰੇਰਨਾ ਨੂੰ ਉਹ ਖੋਰ ਖੋਰ ਕੇ ਪੀਂਦਾ ਰਹਿੰਦਾ ਹੈ। ਉਹਦਾ ਹੁਨਰ ਵੀ ਇਸੇ ਪ੍ਰੇਰਨਾ ਦਾ ਪ੍ਰਗਟਾਵਾ ਹੁੰਦਾ ਹੈ। ਤੁਹਾਡਾ ਕੀ ਖਿਆਲ ਹੈ, ਬੰਦੇ ਨੂੰ ਉੱਚਿਆਂ ਉਠਾਉਣ ਵਾਲੀ ਪ੍ਰੇਰਨਾ ਹੁੰਦੀ ਹੈ ਕਿ ਤਕਲੀਫਾਂ? ਸੋਭਾ ਸਿੰਘ ਜੀ ਨੇ ਪੁੱਛਿਆ। ਪ੍ਰੇਰਨਾ, ਮੈਂ ਆਖਿਆ। ਮੇਰਾ ਵੀ ਇਹੋ ਖਿਆਲ ਹੈ। ਮੈਨੂੰ ਤਾਂ ਇਹ ਜਾਪਦਾ ਹੈ ਕਿ ਗੁਰੂ ਨਾਨਕ ਜੀ ਦੀ ਸ਼ਖਸੀਅਤ ਵਿੱਚ ਬਹੁਤ ਹੱਥ ਬੀਬੀ ਨਾਨਕੀ ਜੀ ਦਾ ਸੀ। ਤੁਸਾਂ ਵਾਨ ਗਾਗ ਦੀ ਜ਼ਿੰਦਗੀ ਪੜ੍ਹੀਏ। ਮੈਂ ਮਾਇਆ ਕਵਿਤਾ ਉਸੇ ਬਾਰੇ ਲਿਖੀ ਹੈ। ਤੁਹਾਡਾ ਕੀ ਖਿਆਲ ਹੈ? ਉਹ ਜੋ ਕੁਝ ਵੀ ਬਣ ਸਕਿਆ ਉਹਦੇ ਪਿੱਛੇ ਉਹਦੇ ਭਰਾ ਦੀ ਸ਼ਖਸੀਅਤ ਸੀ। ਸ਼ਖਸੀਅਤ ਨਹੀਂ ਸੀ? ਜ਼ਰੂਰ ਸੀ। ਇਸ ਪ੍ਰੇਰਨਾ 'ਚ ਜਾਦੂ ਹੁੰਦਾ ਹੈ। ਇੱਕ ਵਾਰ ਮੈਂ ਕਿਸੇ ਨੂੰ ਆਖਿਆ, ਮੈਂ ਕਿਹਦੇ ਲਈ ਚਿੱਤਰਕਾਰ ਬਣਾ? ਤੁਹਾਡਾ ਕੋਈ ਨਹੀਂ? ਉਹਨੇ ਮੈਨੂੰ ਪੁੱਛਿਆ। ਕੋਈ ਨਹੀਂ। ਤੁਹਾਡਾ ਬੱਚਾ? ਕੋਈ ਨਹੀਂ। ਤੇ ਫਿਰ ਸਾਰੇ ਖਿਲਾਅ ਨੂੰ ਭਰਨ ਵਾਲੀ ਉਹਦੀ ਆਵਾਜ਼ ਆਈ, ਤੁਸੀਂ ਮੇਰੇ ਲਈ ਪੇਂਟ ਕਰੋਗੇ? ਉਹ ਜਦੋਂ ਚਲੀ ਗਈ, ਇੰਜ ਜਾਪੇ ਉਹ ਜਿੱਥੇ ਬੈਠੀ ਸੀ ਉੱਥੋਂ ਵੀ ਇੱਕ ਨਿੱਘ ਉੱਠ ਕੇ ਮੇਰੇ ਵੱਲ ਆਉਂਦਾ ਪਿਆ ਸੀ। ਉਹ ਤੋਂ ਪਿੱਛੋਂ ਮੈਂ ਜਿਹੜੀਆਂ ਤਸਵੀਰਾਂ ਬਣਾਈਆਂ ਨੇ, ਉਹਨਾਂ 'ਚ ਜ਼ਿੰਦਗੀ ਬਹੁਤੀ ਹੈ। ਇਹ ਪ੍ਰੇਰਨਾ ਹੀ ਰਜਿੰਦਰ ਸਿੰਘ ਬੇਦੀ ਦੀ ਲਾਜਵੰਤੀ ਬਣ ਸਕਦੀ ਹੈ ਤੇ ਪ੍ਰੇਰਨਾ ਹੀ ਮੇਰੀ ਸੋਹਣੀ। ਮੈਨੂੰ ਸੋਭਾ ਸਿੰਘ ਜੀ ਦਾ ਅੰਧਰੇਟੇ ਵਾਲਾ ਸਟੂਡੀਓ ਯਾਦ ਆਇਆ, ਜਿਹਦੀ ਸ਼ੀਸ਼ੇ ਦੀ ਵੱਡੀ ਬਾਰੀ ਅੱਗੇ ਨਿਰਾ ਗੁਲਾਬ ਲੱਗਾ ਹੋਇਆ, ਜਿਹਦੇ 'ਚੋਂ ਆਉਂਦੀ ਸੁਗੰਧ ਨਾਲ ਸੜਕ ਤੋਂ ਲੰਘਦੀਆਂ ਪਹਾੜਾਂ ਦੇ ਗੀਤ ਰਲੇ ਹੋਏ ਹੁੰਦੇ ਹਨ। ਬਾਰੀ ਕੋਲ ਡੱਠੇ ਹੋਏ ਮੇਜ਼ ਉੱਤੇ ਚਿੱਤਰਕਾਰ ਦੇ ਰੰਗ ਤੇ ਬੁਰਸ਼ ਹੁੰਦੇ ਹਨ ਤੇ ਜ਼ਿੰਦਗੀ ਚਿੱਤਰਕਾਰ ਦੀ ਕੈਨਵਸ ਉੱਤੇ ਉੱਭਰਦੇ ਹੋਠਾਂ 'ਚ ਮੁਸਕਰਾ ਉੱਠਦੀ ਹੈ। ਤੇ ਮੇਰੀ ਕਲਮ ਦੁਆ ਮੰਗਣ ਲੱਗ ਪਈ ਕਿ ਔਰਤ ਦੇ ਅੰਦਰਲੀ ਮਾਂ ਤੇ ਔਰਤ ਦੇ ਅੰਦਰਲੀ ਪ੍ਰੇਮਿਕਾ ਸਦਾ ਜਿਉਂਦੀ ਰਵੇ ਤੇ ਜ਼ਿੰਦਗੀ ਕਲਾਕਾਰਾਂ ਦੀ ਕਿਰਤ ਵਿੱਚ ਸਦਾ ਮੁਸਕਰਾਉਂਦੀ ਰਵੇ। ਧੰਨਵਾਦ।